ਸੰਗ ਸਭ ਕੁਲ ਉਧਾਰੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਸਾਧ ਕੇ ਸੰਗ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਦੇ ਨਾਲ ਸਭ ਕੁਲ ਉਧਾਰੈ। ਮਨੁੱਖ ਆਪਣੀਆਂ ਸਾਰੀਆਂ ਕੁਲਾਂ ਵਕਾਰਾਂ ਤੋਂ ਬਚਾ ਲੈਂਦਾ ਹੈ। ਕਈ ਕੁਲਾਂ ਤੱਕ, ਕਈ ਪੀੜ੍ਹੀਆਂ ਤੱਕ ਕਿਸੇ ਵੀ ਗੁਰਮੁਖ ਦਾ ਅਸਰ ਰਹਿੰਦਾ ਹੈ। ਕਿਸੇ ਕੁੱਲ ਦੇ ਵਿੱਚ ਕੋਈ ਸਾਧ ਸੰਤ ਨਾਮ ਜਪਣ ਵਾਲਾ, ਕੋਈ ਭਗਤੀ ਕਰਨ ਵਾਲਾ, ਪਰੋਪਕਾਰ ਕਰਨ ਵਾਲਾ, ਸਮਾਜ ਸੇਵੀ, ਦੇਸ਼ ਸੇਵਕ ਜਦੋਂ ਪੈਦਾ ਹੁੰਦਾ ਹੈ ਨਾ, ਤੇ ਉਹ ਫਿਰ ਕਈ ਪੀੜ੍ਹੀਆਂ ਤੱਕ ਉਸ ਨੂੰ ਯਾਦ ਕੀਤਾ ਜਾਂਦਾ ਹੈ। ਫਰਮਾਨ ਕਰਦੇ ਹਨ, ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਮਨੁੱਖ ਇਹੋ ਜਿਹੇ ਕਰਮ ਕਰਦਾ ਹੈ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਆਪਣੀਆਂ ਕੁਲਾਂ, ਉਹਨਾਂ ਨੂੰ ਵੀ ਬਚਾ ਲੈਂਦਾ ਹੈ, ਵਕਾਰਾਂ ਵਾਲੇ ਪਾਸਿਓਂ ਬਚਾਉਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਤੇ ਜੋ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ, ਸਾਧੂਆਂ ਦਾ ਸੰਗ ਭਾਵ ਸਾਧਿਆਂ ਹੋਇਆਂ ਦਾ ਸੰਗ ਕਰਦਾ ਹੈ, ਸਤਸੰਗ ਵਿੱਚ ਜਾਂਦਾ ਹੈ, ਉਹ ਫਿਰ ਕਹਿਣ ਲੱਗੇ ਕਿ ਉਹ ਆਪਣਾ ਸਾਜਨ ਮੀਤ, ਜਿਤਨੇ ਵੀ ਸੱਜਣ ਮਿੱਤਰ ਹਨ, ਕੁਟੰਬ ਪਰਿਵਾਰ, ਨਿਸਤਾਰੇ ਦਾ ਮਤਲਬ ਹੈ ਤਾਰ ਲੈਣਾ, ਉਹਨਾਂ ਦਾ ਵੀ ਭਲਾ ਕਰ ਦਿੰਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੇ। ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ, ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਆਪਣੇ ਨਾਮਣੇ ਵਾਲਾ ਹੋ ਜਾਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੇ, ਉਹ ਧਨ ਮਿਲ ਜਾਂਦਾ ਹੈ ਜਿਸ ਧਨ ਦੇ ਮਿਲਣ ਦੇ ਨਾਲ ਸਭ ਕੋ ਵਰਸਾਵੇ। ਇੱਥੇ ਵਰਸਾਵੇ ਦਾ ਜਿਹੜਾ ਮਤਲਬ ਹੈ ਨਾ, ਉਹਦਾ ਮਤਲਬ ਹੈ ਕਿ ਬਲਵਾਨ ਹੋ ਜਾਣਾ, ਨਾਮਣੇ ਵਾਲਾ ਹੋ ਜਾਣਾ, ਮਹਾਨ ਬਣ ਜਾਣਾ। ਅਸਲ ਦੇ ਵਿੱਚ ਕੇਵਲ ਤੇ ਕੇਵਲ ਪੈਸੇ ਵਾਲੇ, ਮਾਇਆ ਵਾਲੇ ਧਨ ਦੇ ਨਾਲ ਮਨੁੱਖ ਵੱਡਾ ਨਹੀਂ ਬਣਦਾ। ਮਨੁੱਖ ਦੇ ਕਰਮ ਉਸ ਨੂੰ ਵੱਡਾ ਬਣਾਉਂਦੇ ਨੇ। ਚਾਹੇ ਉਹ ਕਿਤਨਾ ਵੀ ਪੈਸੇ ਪੱਖੋਂ ਕਮਜ਼ੋਰ ਹੋਵੇ, ਲੇਕਿਨ ਜੇਕਰ ਉਸ ਦੇ ਕਰਮ ਚੰਗੇ ਨੇ ਤੇ ਉਸ ਦਾ ਨਾਮਣਾ, ਉਸ ਦਾ ਸਤਿਕਾਰ ਇਸ ਦੁਨੀਆ ਤੇ ਵੀ ਹੁੰਦਾ ਹੈ ਤੇ ਅਗਲੀ ਦਰਗਾਹ ਤੱਕ ਵੀ ਬਣਦਾ ਹੈ। ਅਗਲਾ ਬਚਨ ਹੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਗੁਰਮੁਖਾਂ ਦੀ ਸੰਗਤ ਵਿੱਚ ਜਾਣ ਨਾਲ, ਗੁਰੂ ਦੇ ਚਰਨਾਂ ਵਿੱਚ ਬੈਠਣ ਦੇ ਨਾਲ ਕੀ ਫਲ ਮਿਲਦਾ ਹੈ? ਸਾਧ ਸੰਗ ਧਰਮ ਰਾਏ ਕਰੇ ਸੇਵਾ। ਕਹਿੰਦੇ ਹੋਰ ਤਾਂ ਗੱਲਾਂ ਛੱਡੋ, ਧਰਮ ਰਾਜ ਵੀ ਤੁਹਾਡੀ ਸੇਵਾ ਵਿੱਚ ਲੱਗ ਜਾਂਦਾ ਹੈ। ਜਦੋਂ ਮਨੁੱਖ ਗੁਰੂ ਦੇ ਓਟ ਦੇ ਵਿੱਚ ਚਲਿਆ ਜਾਂਦਾ ਹੈ ਨਾ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਫੇਰ ਆਮ ਦੁਨੀਆ ਇਨਸਾਨਾਂ ਦੀ ਤੇ ਗੱਲ ਛੱਡੋ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮ ਰਾਜ ਵੀ ਆਣ ਕੇ ਸੇਵਾ ਵਿੱਚ ਜੁਟ ਜਾਂਦਾ ਹੈ, ਸੇਵਾਦਾਰ ਬਣ ਜਾਂਦਾ ਹੈ। ਸਾਧ ਕੇ ਸੰਗ ਸੋਭਾ ਸੁਰ ਦੇਵਾ, ਅਤੇ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਦੇ ਨਾਲ, ਸੁਰ ਦੇਵਾ ਦਾ ਮਤਲਬ ਹੈ ਸੁਰ ਦੇਵਤੇ। ਕਹਿਣ ਲੱਗੇ ਦੇਵੀ ਦੇਵਤੇ ਵੀ ਸੋਭਾ ਗਾਉਂਦੇ ਨੇ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਗੁਰਮੁਖਾਂ ਦੀ ਸੰਗਤ ਦੇ ਵਿੱਚ ਪਾਪ ਦੂਰ ਹੋ ਜਾਂਦੇ ਨੇ। ਸਾਧੂ ਕੈ ਸੰਗ ਪਾਪ ਪਲਾਇਨ, ਪਲਾਇਨ ਦਾ ਮਤਲਬ ਹੈ ਚਲੇ ਜਾਣਾ। ਕੇਵਲ ਤੇ ਕੇਵਲ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਹੀ ਪਾਪਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਅਤੇ ਉੱਥੇ ਰਹਿਣ ਦੇ ਨਾਲ ਹੀ ਪ੍ਰਭੂ ਦੇ ਅਮਰ ਕਰਨ ਵਾਲੇ ਗੁਣ ਗੀਤ ਗਾਏ ਜਾ ਸਕਦੇ ਨੇ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ।
ਫਰਮਾਨ ਕਰਦੇ ਹਨ, ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਦੇ ਨਾਲ ਸਾਧ ਕੇ ਸੰਗ ਸਰਬ ਥਾਨ ਗਮ। ਸਰਬ ਦਾ ਮਤਲਬ ਹੈ ਸਾਰੇ, ਥਾਨ ਦਾ ਮਤਲਬ ਹੈ ਥਾਵਾਂ, ਗਮ ਦਾ ਮਤਲਬ ਹੈ ਗਮਨ ਕਰਨਾ, ਪਹੁੰਚ ਜਾਣਾ। ਕਹਿਣ ਲੱਗੇ ਜਦੋਂ ਗੁਰਮੁਖਾਂ ਦੀ ਸੰਗਤ ਕਰਦਾ ਮਨੁੱਖ, ਉਸ ਦੀ ਅਵਸਥਾ ਉਹਨਾਂ ਸਾਰੀਆਂ ਥਾਵਾਂ ਤੇ ਪਹੁੰਚ ਜਾਂਦੀ ਹੈ। ਅਸਲ ਦੇ ਵਿੱਚ ਮਨੁੱਖ ਦੇ ਅੰਦਰ ਦੀ ਅਵਸਥਾ ਹੈ ਸੱਚਖੰਡ। ਇੱਕ ਅਵਸਥਾ ਦਾ ਨਾਮ ਹੈ, ਕਿਸੇ ਟਿਕਾਣੇ ਦਾ, ਕਿਸੇ ਜਗ੍ਹਾ ਦਾ ਨਾਮ ਨਹੀਂ। ਸੱਚਖੰਡ ਇੱਕ ਅਵਸਥਾ ਹੈ। ਜਿਹੜੇ ਯੁੱਗ, ਆਪਾਂ ਯੁੱਗਾਂ ਦੀ ਗੱਲ ਕਰਦੇ ਹਾਂ, ਅਸਲ ਦੇ ਵਿੱਚ ਯੁੱਗ ਵੀ ਇੱਕ ਅਵਸਥਾ ਨੇ। ਜਦੋਂ ਮਨੁੱਖ ਘੋਰ ਪਾਪਾਂ ਵਿੱਚ ਘਿਰ ਜਾਂਦਾ ਹੈ, ਅੰਦਰ ਪਾਪ ਹੀ ਪਾਪ ਰਿੱਝਦੇ ਨੇ, ਸਮਝ ਲਓ ਉਹ ਮਨੁੱਖ ਕਲਯੁੱਗ ਵਿੱਚ ਜੀ ਰਿਹਾ। ਤੇ ਜਦੋਂ ਮਨੁੱਖ ਦੇ ਅੰਦਰ ਚੰਗਿਆਈ ਵਰਤ ਰਹੀ ਹੈ, ਚਾਨਣ ਹੈ, ਗੁਰੂ ਦਾ ਪ੍ਰਕਾਸ਼ ਹੈ, ਸਤ ਸੰਗ ਦਾ ਚਾਨਣ ਹੈ, ਕਿਸੇ ਤਰ੍ਹਾਂ ਦੀ ਕੋਈ ਬੁਰਾਈ ਪਾਪ ਨਹੀਂ, ਮਾੜੀ ਸੋਚ, ਗਲਤ ਸੋਚ ਨਹੀਂ, ਚੇਤੇ ਰੱਖਣਾ ਉਹ ਮਨੁੱਖ ਸਤਯੁੱਗ ਵਿੱਚ ਜੀ ਰਿਹਾ। ਅਸਲ ਦੇ ਵਿੱਚ ਇਹ ਅਵਸਥਾਵਾਂ ਦੇ ਨਾਮ ਨੇ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸ਼ਾਇਦ ਇਹ ਟਾਈਮ ਦੀ ਗੱਲ ਹੈ ਕਿ ਯੁੱਗ ਬੀਤ ਜਾਣੇ ਜਾਂ ਇਹਨਾਂ ਦੇ, ਅਸਲ ਦੇ ਵਿੱਚ ਇਹ ਸਭ ਕੁਝ ਆਪਾਂ ਆਸਾ ਦੀ ਵਾਰ ਵਿੱਚ ਇਹਨਾਂ ਚਾਰਾਂ ਯੁੱਗਾਂ ਦੀ ਵੀ ਗੱਲ ਕੀਤੀ। ਇੱਥੇ ਗਮ ਦਾ ਮਤਲਬ ਮੈਂ ਇਸ ਕਰਕੇ ਥੋੜ੍ਹਾ ਜਿਹਾ ਡਿਟੇਲ ਦੇ ਰਿਹਾ, ਸਾਨੂੰ ਪਤਾ ਲੱਗ ਜਾਵੇ ਵੀ ਕਿਹੜੀਆਂ ਥਾਵਾਂ ਤੇ ਗੁਰਮੁਖ ਦੀ ਪਹੁੰਚ ਹੋ ਜਾਂਦੀ ਹੈ। ਹੁਣ ਇੱਕ ਪਹੁੰਚ ਤੇ ਦੁਨਿਆਵੀ ਤੌਰ ਤੇ ਵੀ ਕੋਈ ਆਖੇ ਮੈਂ ਦਿੱਲੀ ਤੱਕ ਚਲਿਆ ਜਾਵਾਂਗਾ, ਕੋਈ ਆਖੇ ਮੈਂ ਬੰਬੇ ਤੱਕ ਚਲਿਆ ਜਾਵਾਂਗਾ, ਕੋਈ ਆਖੇ ਮੈਂ ਬਾਹਰ ਤੱਕ। ਇਹ ਤੇ ਇਹ ਪਹੁੰਚ ਹੋ ਗਈ ਬਾਹਰੀ ਦੁਨਿਆਵੀ। ਪਰ ਅਸਲ ਦੇ ਵਿੱਚ ਗੁਰਬਾਣੀ ਵਿੱਚ ਕਿਹੜੀ ਪਹੁੰਚ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ, ਕਿਉਂਕਿ ਇਹ ਦੁਨਿਆਵੀ ਥਾਵਾਂ ਤੇ ਕੋਈ ਵੀ ਜਾ ਸਕਦਾ ਹੈ। ਅਸਲ ਦੇ ਵਿੱਚ ਆਪਣੀਆਂ ਆਤਮਿਕ ਅਵਸਥਾਵਾਂ ਨੂੰ ਪ੍ਰਾਪਤ ਕਰਨਾ, ਕਿੰਨੀ ਕੁ ਉੱਚੀ ਲੈ ਗਏ ਆਪਾਂ ਆਪਣੀ ਸੋਚ ਸਮਝ ਨੂੰ, ਆਪਾਂ ਕਿਤਨਾ ਕੁ ਉੱਚਾ ਜਾ ਕੇ ਸੋਚਦੇ ਹਾਂ। ਕੋਈ ਮਨੁੱਖ ਬਹੁਤ ਛੋਟਾ ਕੇਵਲ ਆਪਣੇ ਪੇਟ ਤੱਕ ਸੋਚਦੇ, ਉਹਨੂੰ ਪਰਿਵਾਰ ਨਾਲ ਵੀ ਨਹੀਂ। ਕੋਈ ਮਨੁੱਖ ਕੇਵਲ ਆਪਣੇ ਪਰਿਵਾਰ ਘਰ ਤੱਕ ਸੋਚ ਰੱਖਦੇ, ਕਿਸੇ ਦੀ ਸੋਚ ਆਪਣੇ ਰਿਸ਼ਤੇਦਾਰ ਭਾਈ ਗਵਾਂਢ ਤੱਕ ਹੈ। ਉਸ ਤੋਂ ਬਾਅਦ ਕੋਈ ਪਿੰਡ ਦਾ ਸੋਚਦਾ, ਕੋਈ ਜ਼ਿਲ੍ਹੇ ਦਾ ਵੀ ਸੋਚਦਾ, ਕੋਈ ਜਿਵੇਂ ਜਿਵੇਂ ਸੋਚ ਉੱਚੀ ਉੱਠਦੀ ਜਾਂਦੀ ਹੈ ਉਵੇਂ ਉਵੇਂ ਮਨੁੱਖ ਦਾ ਸੋਚ ਦਾ ਦਾਇਰਾ ਵੱਧਦਾ ਹੈ। ਅਸਲ ਦੇ ਵਿੱਚ ਇਸੇ ਅਵਸਥਾ ਨੂੰ ਹੀ ਸਤਿਗੁਰਾਂ ਨੇ ਆਖਿਆ ਕਿ ਉਹ ਉਸ ਅਵਸਥਾ ਤੱਕ ਪਹੁੰਚ ਜਾਂਦਾ ਹੈ ਜਿੱਥੇ ਫਿਰ ਸਾਰੀ ਦੁਨੀਆ ਦਾ ਭਲਾ ਸੋਚਣਾ ਸ਼ੁਰੂ ਕਰ ਦਿੰਦਾ। ਸਾਰੀ ਦੁਨੀਆ ਦਾ ਸਰਬ ਥਾਨ ਗਮ। ਥੋੜਾ ਮੈਂ ਇਸ ਕਰਕੇ ਇਸ ਪੰਕਤੀ ਦੀ ਡਿਟੇਲ, ਕਿਉਂਕਿ ਸੰਦੇਸ਼ ਨੂੰ, ਗੁਰੂ ਦੇ ਪਾਵਨ ਉਪਦੇਸ਼ ਨੂੰ ਆਪਾਂ ਸਮਝਣਾ ਹੈ। ਕੋਈ ਦੌੜ ਨਹੀਂ ਹੈ ਕਿ ਇਤਨਾ ਆਪਾਂ ਪੜ੍ਹ ਹੀ ਦੇਣਾ ਹੈ ਅੱਜ 'ਚ, ਐਸਾ ਕੋਈ ਨਹੀਂ। ਇੱਕ ਪੰਕਤੀ ਨੂੰ ਪੜ੍ਹ ਕੇ ਉਸ ਨੂੰ ਅਸਲ ਦੇ ਵਿੱਚ ਸਮਝਣਾ ਹੀ, ਪੜ੍ਹੀਏ ਨਾ ਹੀ ਭੇਦ ਬੁੱਝੀਏ ਪਾਵਨਾ। ਕੇਵਲ ਤੇ ਕੇਵਲ ਪੜ੍ਹਨ ਦੇ ਨਾਲ ਗੱਲ ਨਹੀਂ ਬਣਦੀ, ਉਸ ਨੂੰ ਬੁੱਝਣਾ ਸਮਝਣਾ ਪੈਂਦਾ। ਅਖੀਰਲਾ ਜਿਹੜਾ ਬਚਨ ਹੈ ਇਸ ਪਦੇ ਦਾ, ਸਤਿਗੁਰੂ ਜੀ ਫਰਮਾਨ ਕਰਦੇ ਹਨ, ਨਾਨਕ ਸਾਧ ਕੇ ਸੰਗ। ਸਾਧੂਆਂ ਦੀ ਸੰਗਤ ਦੇ ਵਿੱਚ ਜਾਣ ਨਾਲ ਸਫਲ ਜਨਮ, ਉਹ ਮਨੁੱਖ ਫਿਰ ਆਪਣਾ ਜਨਮ ਵੀ ਸਫਲਾ ਕਰ ਲੈਂਦਾ। ਉਸ ਦਾ ਜਨਮ ਸਫਲ ਹੋ ਜਾਂਦਾ, ਇਸ ਧਰਤੀ ਤੇ ਆਉਣਾ ਸਫਲ ਹੋ ਜਾਂਦਾ, ਸਮੇਂ ਦਾ ਬਤੀਤ ਕਰਨਾ ਸਫਲ ਹੋ ਜਾਂਦਾ। ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ। ਆਓ ਸਤਿਗੁਰੂ ਜੀ ਕਿਰਪਾ ਕਰਨ।